Students, वाहिगुरु जी का खालसा वाहिगुरु जी की फतेह. Today we are going to start chapter 16, that is light. Now what is light? Light is a form of energy. ਲਾਈਟ ਇੱਕ એનર્ਜੀ ਦੀ ਫਾਰਮ ਆ, ਕਿਸਮ ਆ ਜਿਹੜੀ ਸਾਨੂੰ ਚੀਜ਼ਾਂ ਨੂੰ ਦੇਖਣ ਦੇ ਵਿੱਚ ਹੈਲਪਫੁਲ ਹੁੰਦੀ ਆ. ਉਹਨਾਂ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਜਿਹੜਾ ਵਰਲਡ ਆ, ਸੰਸਾਰ ਆ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ, ਜਿਵੇਂ ਮਾਊਂਟੇਨਸ ਆ, ਰਿਵਰਸ ਆ, ਟਰੀਜ਼, ਪਲਾਂਟਸ, ਚੇਅਰਸ, ਪੀਪਲ, ਮਤਲਬ ਬਹੁਤ ਸਾਰੀਆਂ ਥਿੰਗਸ ਆ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ. ਕਲਾਊਡਸ ਆ, ਰੇਨਬੋਜ਼, ਬਰਡਸ, ਔਰ ਰਾਤ ਨੂੰ ਅਸੀਂ ਅਸਮਾਨ ਦੇ ਵਿੱਚ ਤਾਰੇ ਅਤੇ ਚੰਦਰਮਾ ਦੇਖਦੇ ਹਾਂ. ਹੁਣ ਇਹਨੇ ਕਿਹਾ ਕਿ ਇਹ ਜਿਹੜਾ ਦੇਖਣਾ ਵਾ ਇਹ ਕਿਵੇਂ ਪੋਸੀਬਲ ਹੁੰਦਾ ਵਾ. ਵਟ ਮੇਕਸ ਥਿੰਗਸ ਵਿਜ਼ੀਬਲ, ਕਿਹੜੀ ਚੀਜ਼ ਆ ਜਿਹੜਾ ਕਿਸੇ ਚੀਜ਼ ਨੂੰ ਵੇਖਣ ਦੇ ਲਈ ਹੈਲਪਫੁਲ ਹੁੰਦੀ ਆ. ਮਤਲਬ ਕਿ ਕਿਹੜੀ ਚੀਜ਼ ਕਿਸੇ ਵੀ ਚੀਜ਼ ਨੂੰ, ਆਬਜੈਕਟ ਨੂੰ ਵਿਊ ਕਰਨ ਦੇ ਲਈ ਹੈਲਪਫੁਲ ਆ. ਹੁਣ ਉਹਨੇ ਕਿਹਾ ਕਿ ਕੀ ਤੁਸੀਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਆਬਜੈਕਟਸ ਕਦੀ ਦੇਖੇ ਆ, ਅਤੇ ਜਿਵੇਂ ਤੁਸੀਂ ਦੇਖਦੇ ਜੇ ਕਿ ਜਿਹੜੀਆਂ ਆਈਜ਼ ਆ ਸਾਡੀਆਂ ਉਹ ਉਹਨਾਂ ਆਬਜੈਕਟਸ ਨੂੰ ਦੇਖਦੀਆਂ ਵਾ. ਹੁਣ ਕੀ ਉਹਨਾਂ ਆਬਜੈਕਟਸ ਨੂੰ ਤੁਸੀਂ ਹਨੇਰੇ ਕਮਰੇ ਦੇ ਵਿੱਚ ਦੇਖ ਸਕਦੇ ਜੇ? ਨਹੀਂ. ਇਹਦਾ ਮਤਲਬ ਕਿ ਇਕੱਲੀਆਂ ਆਈਜ਼ ਹੀ ਹੈਲਪਫੁਲ ਨਹੀਂ ਕਿਸੇ ਥਿੰਗਸ ਨੂੰ ਦੇਖਣ ਦੇ ਲਈ. ਕੀ ਜ਼ਰੂਰੀ ਆ? ਨਾਲ ਲਾਈਟ ਦਾ ਹੋਣਾ ਜ਼ਰੂਰੀ ਆ. ਜਦੋਂ ਜਿਹੜੀ ਲਾਈਟ ਆ ਉਹ ਆਬਜੈਕਟ ਤੋਂ ਜਿਹੜੀ ਲਾਈਟ ਆ ਉਹ ਸਾਡੀਆਂ ਆਈਜ਼ ਦੇ ਵਿੱਚ ਐਂਟਰ ਕਰਦੀ ਆ ਅਤੇ ਅਸੀਂ ਉਸ ਆਬਜੈਕਟ ਨੂੰ ਦੇਖਦੇ ਹਾਂ. ਯਾਨੀ ਕਿ ਆਬਜੈਕਟ ਤੋਂ ਲਾਈਟ ਰਿਫਲੈਕਟ ਹੁੰਦੀ ਆ, ਉਹ ਛੱਡਦੇ ਆ ਲਾਈਟ ਆਬਜੈਕਟ, ਅਤੇ ਜਿਹਦੀ ਵਜ੍ਹਾ ਦੇ ਨਾਲ ਸਾਨੂੰ ਫਿਰ ਸਾਡੀਆਂ ਅੱਖਾਂ ਵਾ ਉਹ ਉਸ ਆਬਜੈਕਟ ਨੂੰ ਦੇਖਦੀਆਂ ਵਾ. ਹੁਣ ਉਹਨੇ ਕਿਹਾ ਕਿ ਜਿਹੜੀ ਲਾਈਟ ਆ ਇਹ ਕਿਸੇ ਆਬਜੈਕਟ ਦੇ ਦੁਆਰਾ ਵੀ ਨਿਕਲ ਸਕਦੀ ਆ, ਐਮਿਟ ਹੋ ਸਕਦੀ ਆ, ਔਰ ਮੇ ਹੈਵ ਬੀਨ ਰਿਫਲੈਕਟਡ ਬਾਈ ਇਟ, ਔਰ ਉਸ ਜਿਹੜਾ ਆਬਜੈਕਟ ਆ ਖੁਦ ਉਹਦੇ ਦੁਆਰਾ ਵੀ ਇਹ ਬਾਹਰ ਨਿਕਲ ਸਕਦੀ ਹੈ, ਜਾਂ ਰਿਫਲੈਕਟ ਯਾਨੀ ਕਿ ਟਕਰਾ ਕੇ ਵਾਪਸ ਆ ਸਕਦੀ ਆ. ਤੁਸੀਂ 7th ਕਲਾਸ ਦੇ ਵਿੱਚ ਪੜ੍ਹਿਆ ਸੀਗਾ ਕਿ ਮਿਰਰ ਜਿਹੜਾ ਹੁੰਦਾ ਵਾ ਉਹ ਕੀ ਹੁੰਦਾ ਕਿ ਕੋਈ ਵੀ ਸ਼ਾਈਨੀ ਸਰਫੇਸ ਜਿਹਦਾ ਪਿਛਲਾ ਪਾਸਾ ਯਾਨੀ ਕਿ ਇੱਕ ਪਾਸਾ ਜਿਹੜਾ ਉਹਨੂੰ ਪੋਲਿਸ਼ ਕੀਤਾ ਹੋਵੇ, ਉਹ ਮਿਰਰ ਦਾ ਕੰਮ ਕਰਦਾ. ਹੁਣ ਮਿਰਰ ਕੀ ਕਰਦਾ ਵਾ? ਦੈਟ ਚੇਂਜਿਸ ਦਾ ਡਾਇਰੈਕਸ਼ਨ ਆਫ ਲਾਈਟ. ਜਿਹੜੀ ਲਾਈਟ ਉਸ ਮਿਰਰ ਦੇ ਉੱਪਰ ਫਾਲ ਹੁੰਦੀ ਆ, ਡਿੱਗਦੀ ਆ, ਉਹ ਉਹਦੀ ਡਾਇਰੈਕਸ਼ਨ ਨੂੰ ਚੇਂਜ ਕਰ ਦਿੰਦਾ ਵਾ. ਹੁਣ ਉਹਨੇ ਕਿਹਾ ਕਿ ਕੀ ਤੁਸੀਂ ਦੱਸ ਸਕਦੇ ਜੇ ਕਿ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਿਹੜੀ ਲਾਈਟ ਆ ਉਹ ਮਿਰਰ ਰਿਫਲੈਕਟ ਕਰਦਾ ਵਾ? ਅਸੀਂ ਇਹ ਦੇਖਾਂਗੇ. ਫਸਟ ਆਫ ਆਲ ਦੇਅਰ ਇਜ਼ ਲਾਜ਼ ਆਫ ਰਿਫਲੈਕਸ਼ਨ. ਹੁਣ ਲਾਜ਼ ਆਫ ਰਿਫਲੈਕਸ਼ਨ ਪੜ੍ਹਨ ਦੇ ਲਈ ਸਾਨੂੰ ਇਹ ਐਕਟੀਵਿਟੀ ਦੱਸੀ ਹੋਈ ਆ ਕਿ ਇਸ ਤਰ੍ਹਾਂ ਅਸੀਂ ਇੱਕ ਮਿਰਰ ਲਵਾਂਗੇ, ਨੀਚੇ ਇੱਕ ਸ਼ੀਟ ਰੱਖ ਲਵਾਂਗੇ ਵਾਈਟ ਪੇਪਰ, ਅਤੇ ਫਿਰ ਇੱਕ ਸੋਰਸ ਆਫ ਲਾਈਟ ਲਵਾਂਗੇ. ਜਦੋਂ ਉਹ ਸੋਰਸ ਆਫ ਲਾਈਟ ਜਿਹੜਾ ਵਾ ਉਹ ਮਿਰਰ ਦੇ ਉੱਪਰ ਪਏਗੀ ਲਾਈਟ, ਅਤੇ ਜਿਹੜੀ ਮੰਨ ਲਓ ਜਿਵੇਂ ਇੱਥੋਂ ਜਿਹੜਾ ਸੋਰਸ ਆਫ ਲਾਈਟ ਹੈ, ਇੱਥੋਂ ਲਾਈਟ ਜਿਹੜੀ ਮਿਰਰ 'ਤੇ ਪੈ ਰਹੀ ਆ ਅਤੇ ਲਾਈਟ ਟਕਰਾ ਕੇ ਵਾਪਸ ਆਉਂਦੀ ਆ ਇਨ ਦਾ ਸੇਮ ਪਲੇਨ, ਉਸੇ ਪਾਸੇ ਵੱਲ ਨੂੰ. ਅਤੇ ਜਿਹੜੀ ਲਾਈਟ ਰੇ ਯਾਨੀ ਕਿ ਇਹ ਜਿਹੜੀ ਲਾਈਟ ਆ ਇਹ ਟਕਰਾ ਰਹੀ ਆ, ਇਹਨੂੰ ਅਸੀਂ ਕਹਿੰਦੇ ਆ ਇੰਸੀਡੈਂਟ ਰੇ, ਅਤੇ ਜਿਹੜੀ ਟਕਰਾ ਕੇ ਬਾਹਰ ਨਿਕਲ ਰਹੀ ਆ ਇਹਨੂੰ ਅਸੀਂ ਕੀ ਕਹਿੰਦੇ ਆ? ਰਿਫਲੈਕਟਡ ਰੇ. ਇਹਨੂੰ ਰੇ ਡਾਇਗਰਾਮ ਦੇ ਫਾਰਮ ਵਿੱਚ ਤੁਸੀਂ ਦੇਖ ਸਕਦੇ ਜੇ. ਆ ਦੇਖੋ ਇਸ ਤਰ੍ਹਾਂ ਵਾ ਕਿ ਮੰਨ ਲਓ ਇਹ ਮਿਰਰ ਆ ਅਤੇ ਇਹ ਜਿਹੜੀ ਲਾਈਟ ਰੇ ਆ, ਇੱਥੇ ਸੋਰਸ ਆਫ ਲਾਈਟ ਆ ਕੋਈ, ਅਤੇ ਉੱਥੋਂ ਲਾਈਟ ਜਿਹੜੀ ਆ ਮਿਰਰ 'ਤੇ ਟਕਰਾ ਕੇ ਵਾਪਸ ਆਈ. ਹੁਣ ਜਿਹੜੀ ਰੇ ਸਟਰਾਈਕ ਕੀਤੀ ਮਿਰਰ 'ਤੇ ਜਾਂ ਕਹਿ ਲਓ ਟਕਰਾਈ, ਉਹਨੂੰ ਅਸੀਂ ਕਿਹੜੀ ਰੇ ਕਹਿੰਦੇ ਆ? ਇੰਸੀਡੈਂਟ ਰੇ. ਅਤੇ ਜਿਹੜੀ ਟਕਰਾ ਕੇ ਬਾਹਰ ਨਿਕਲੀ ਉਹਨੂੰ ਅਸੀਂ ਕੀ ਕਹਿੰਦੇ ਆ? ਰਿਫਲੈਕਟਡ ਰੇ. ਅਤੇ ਸੈਂਟਰ ਦੇ ਵਿੱਚ ਅਸੀਂ ਪਰਪੈਂਡੀਕੂਲਰ ਡਰਾ ਕਰਦੇ ਹਾਂ, ਉਹਨੂੰ ਅਸੀਂ ਕੀ ਕਹਿੰਦੇ ਆ? ਨਾਰਮਲ. ਹੁਣ ਇਹਦੇ ਤੋਂ ਹੀ ਸਾਨੂੰ ਜਿਹੜੇ ਦੋਨੋਂ ਲਾਜ਼ ਆ ਉਹ ਪਤਾ ਲੱਗਦੇ ਆ. ਰਿਫਲੈਕਸ਼ਨ ਦੇ 2 ਲਾਜ਼ ਹੁੰਦੇ ਆ ਕਿ ਪਹਿਲਾ ਲਾਅ ਕੀ ਆ ਕਿ ਰਿਫਲੈਕਟਡ ਰੇ, ਨਾਰਮਲ ਐਂਡ ਇੰਸੀਡੈਂਟ ਰੇ ਆਲ ਲਾਏ ਇਨ ਦਾ ਸੇਮ ਪਲੇਨ, ਯਾਨੀ ਕਿ ਇੱਕੋ ਪਾਸੇ ਵੱਲ ਨੂੰ ਆ ਸਾਰੇ, ਪਿੱਛੇ ਨੂੰ ਕੋਈ ਲਾਈਨ ਨਹੀਂ ਜਾਂਦੀ.
ठीक है। इस करके ਆਪਾਂ ਕੀ ਕਹਿੰਦੇ ਆ, ਪਹਿਲਾ ਲਾਅ ਕੀ ਆ ਕਿ ਰਿਫਲੈਕਟਡ ਰੇ ਨਾਰਮਲ ਐਂਡ ਇਨਸੀਡੈਂਟ ਰੇ ਆਲਵੇਜ਼ ਲਾਈ ਇਨ ਦਾ ਸੇਮ ਪਲੇਨ, ਇੱਕੋ ਪਾਸੇ ਨੂੰ ਆ ਤਿੰਨੋਂ। ਇਹ ਹੋ ਗਿਆ ਪਹਿਲਾ ਲਾਅ। ਸੈਕਿੰਡ ਲਾਅ ਕੀ ਆ ਕਿ ਐਂਗਲ ਆਫ ਇੰਸੀਡੈਂਸ ਇਜ਼ ਆਲਵੇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ। ਹੁਣ ਇਹਨੂੰ ਆਪਾਂ ਇੰਸੀਡੈਂਟ ਰੇ ਨਹੀਂ ਕਵਾਂਗੇ, ਇਹਨੂੰ ਕਵਾਂਗੇ ਇੰਸੀਡੈਂਸ ਐਂਗਲ, ਇਹਨੂੰ ਕਵਾਂਗੇ ਰਿਫਲੈਕਸ਼ਨ ਐਂਗਲ। ਹੁਣ ਕਿ ਇੰਸੀਡੈਂਸ ਐਂਗਲ ਕਿਹੜਾ ਹੁੰਦਾ ਵਾ, ਦਾ ਐਂਗਲ ਇਹ ਵਾਲਾ, ਦਾ ਐਂਗਲ ਬਿਟਵੀਨ ਇੰਸੀਡੈਂਟ ਰੇ ਐਂਡ ਨਾਰਮਲ is known as angle of incidence, and the angle between the reflected ray and normal is known as reflection angle। ਤੇ ਆਪਾਂ ਕਿਹਾ ਕਿ ਦੂਜਾ ਲਾਅ ਕੀ ਆ ਕਿ ਹਮੇਸ਼ਾ ਜਿਹੜਾ ਐਂਗਲ ਆਫ ਰਿਫਲੈਕਸ਼ਨ ਇਜ਼ ਇਕੁਅਲ ਟੂ ਐਂਗਲ ਆਫ ਇੰਸੀਡੈਂਸ, ਜਾਂ ਇੰਸੀਡੈਂਸ ਐਂਗਲ ਹਮੇਸ਼ਾ ਰਿਫਲੈਕਸ਼ਨ ਐਂਗਲ ਦੇ ਇਕੁਅਲ ਹੁੰਦਾ। ਮੰਨ ਲਓ ਕਿ ਜੇ ਐਂਗਲ ਆਫ ਇੰਸੀਡੈਂਸ 30 ਡਿਗਰੀ ਦਾ ਵਾ ਅਤੇ ਰਿਫਲੈਕਸ਼ਨ ਵੀ ਕਿੰਨੇ ਦਾ ਹੋਏਗਾ, 30 ਦਾ, ਯਾਨੀ ਕਿ ਦੋਨੋਂ ਐਂਗਲਸ ਜਿਹੜੇ ਆ ਉਹ ਹਮੇਸ਼ਾ ਸੇਮ ਹੁੰਦੇ ਆ। ਇਸ ਕਰਕੇ ਇਹ ਜਿਹੜੇ ਦੋਨੋਂ ਲਾਜ਼ ਆ ਕਿ ਤੁਹਾਨੂੰ ਆਈ ਹੋਪ ਕਿ ਤੁਹਾਨੂੰ ਇਹ ਕਲੀਅਰ ਹੋ ਚੁੱਕਾ ਹੋਏਗਾ। ਮੈਂ ਤੁਹਾਨੂੰ ਕਲਾਸ ਦੇ ਵਿੱਚ ਵੀ ਟੀਚ ਕੀਤਾ ਇਹੀ ਲਾਜ਼ ਆਫ ਰਿਫਲੈਕਸ਼ਨ ਟੋਪਿਕ, ਕਿ ਪਹਿਲਾ ਵਾ ਕਿ ਰਿਫਲੈਕਟਡ ਰੇ ਨਾਰਮਲ ਅਤੇ ਇੰਸੀਡੈਂਟ ਰੇ ਆਲਵੇਜ਼ ਲਾਈ ਇਨ ਦਾ ਸੇਮ ਪਲੇਨ। ਫਿਰ ਐਂਗਲ ਆਫ ਇੰਸੀਡੈਂਸ ਇਜ਼ ਆਲਵੇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ। ਹੁਣ ਨੇ ਕਿਹਾ ਕਿ ਜਿਹੜੀ ਐਕਟੀਵਿਟੀ 16.3 ਆ, ਇਹਦੇ 'ਚ ਦੱਸਿਆ ਕਿ ਪਲੇਨ ਮਿਰਰ ਜਿਹੜਾ ਵਾ, ਹੁਣ ਸ਼ੀਸ਼ਾ ਜਿਹੜਾ ਸਾਡੇ ਘਰ 'ਚ ਹੁੰਦਾ ਵਾ, ਉਹ ਕਿਹੜੀ ਇਮੇਜ ਬਣਾਉਂਦਾ। ਆਪਾਂ ਪਿਛਲੀ ਉਹਦੇ 'ਚ ਪੜ੍ਹਿਆ ਸੀਗਾ ਕਿ ਜਿਹੜਾ ਪਲੇਨ ਮਿਰਰ ਆ ਉਹ ਵਰਚੁਅਲ ਇਮੇਜ ਬਣਾਉਂਦਾ ਵਾ। ਵਰਚੁਅਲ ਯਾਨੀ ਕਿ ਜਿਹੜੀ ਸਕਰੀਨ ਦੇ ਉੱਪਰ ਨਹੀਂ ਮਿਲਦੀ। ਹੁਣ ਵੇਖੋ ਅਸੀਂ ਜਦੋਂ ਸ਼ੀਸ਼ੇ ਦੇ ਅੱਗੇ ਖੜ੍ਹਦੇ ਹਾਂ ਅਤੇ ਸਾਡੀ ਪਿਕਚਰ ਉਹਦੇ 'ਚ ਇਮੇਜ ਬਣ ਜਾਂਦੀ ਆ, ਪਰ ਜਿਉਂ ਹੀ ਅਸੀਂ ਸ਼ੀਸ਼ੇ ਤੋਂ ਹਟ ਜਾਈਏ ਸਾਡੀ ਜਿਹੜੀ ਇਮੇਜ ਆ ਉਹ ਵੀ ਹਟ ਜਾਂਦੀ ਆ। ਇਹਦਾ ਮਤਲਬ ਕਿ ਉਹ ਕਿਹੜੀ ਉਹ ਸਕਰੀਨ ਦੇ ਉੱਪਰ ਇਮੇਜ ਨਹੀਂ ਬਣੀ, ਜਿਹਦਾ ਕਰਕੇ ਉਹ ਕਿਹੜੀ ਇਮੇਜ ਆ, ਵਰਚੁਅਲ। ਅਤੇ ਹੁਣ ਵਰਚੁਅਲ ਇਮੇਜ ਕੀ ਹੁੰਦੀਆਂ ਕਿ ਜਿਹਦੇ ਵਿੱਚ ਲਾਈਨਾਂ ਮੀਟ ਹੁੰਦੀਆਂ ਤਾਂ ਲੱਗਣ, ਪਰ ਐਕਚੁਅਲ ਦੇ ਵਿੱਚ ਉਹ ਲਾਈਨਾਂ ਮੀਟ ਨਾ ਕਰਨ। ਕਿ ਜਿਵੇਂ ਮੰਨ ਲਓ ਇੱਥੇ ਕੋਈ ਆਬਜੈਕਟ ਆ, ਇੱਥੋਂ ਲਾਈਟ ਰੇ ਨਿਕਲੀ, ਉਹ ਮਿਰਰ ਦੇ ਉੱਪਰ ਸਟਰਾਈਕ ਕੀਤੀ, ਸਟਰਾਈਕ ਕਰਕੇ ਬਾਹਰ ਨੂੰ ਨਿਕਲ ਗਈ, ਯਾਨੀ ਕਿ ਇੱਕ ਇੰਸੀਡੈਂਟ ਰੇ ਹੋ ਗਈ, ਇੱਕ ਰਿਫਲੈਕਟਡ। ਫਿਰ ਉਸੇ ਆਬਜੈਕਟ ਤੋਂ ਇੱਕ ਹੋਰ ਲਾਈਟ ਰੇ ਨਿਕਲੀ ਅਤੇ ਉਹ ਵੀ ਫਿਰ ਉਸੇ ਪਲੇਨ ਦੇ ਵਿੱਚ ਰਿਫਲੈਕਟ ਹੋ ਗਈ। ਹੁਣ ਇਹਨਾਂ ਜਿਹੜੀਆਂ ਦੋਨੋਂ ਰਿਫਲੈਕਟਡ ਰੇਜ਼ ਆ, ਇਹਨਾਂ ਨੂੰ ਅਸੀਂ ਪਿੱਛੇ ਮੀਟ ਕਰਾਂਗੇ ਅਤੇ ਬੜੀ ਆਸਾਨੀ ਦੇ ਨਾਲ ਇੱਕ ਪੁਆਇੰਟ ਦੇ ਉੱਪਰ ਮੀਟ ਹੋ ਜਾਣਗੀਆਂ। ਯਾਨੀ ਕਿ ਇਹ ਕੀ ਅਪੀਅਰ ਹੋਏਗਾ ਕਿ ਲਾਈਟ ਰੇਜ਼ ਜਿਹੜੀਆਂ ਵਾ ਉਹ ਆਈ ਪੁਆਇੰਟ ਤੋਂ ਨਿਕਲ ਰਹੀਆਂ ਵਾ, ਅਤੇ ਅਗਲੇ ਪਾਸੇ ਜਿਹੜੀਆਂ ਲਾਈਟ ਰੇਜ਼ ਆ ਯਾਨੀ ਕਿ ਰਿਫਲੈਕਟਡ ਰੇਜ਼, ਇਹ ਸਾਨੂੰ ਇੱਥੇ ਮੀਟ ਹੁੰਦੀਆਂ ਨਹੀਂ ਦਿਖਦੀਆਂ। ਯਾਨੀ ਕਿ ਇਹਨਾਂ ਨੂੰ ਤੁਸੀਂ ਅੱਗੋਂ ਡਰੋ ਕਰੀ ਜਾਓ ਅਤੇ ਬਿਲਕੁਲ ਵੀ ਕਿਸੇ ਵੀ ਪੁਆਇੰਟ 'ਤੇ ਮੀਟ ਨਹੀਂ ਕਰਨਗੀਆਂ। ਇਹਨੂੰ ਆਪਾਂ ਕਹਿੰਦੇ ਹਾਂ ਵਰਚੁਅਲ ਇਮੇਜ। ਨਾਓ ਸੈਕਿੰਡ ਟੋਪਿਕ ਇਜ਼ ਰੈਗੂਲਰ ਲੇਟਰਲ ਇਨਵਰਸ਼ਨ। ਲੇਟਰਲ ਇਨਵਰਸ਼ਨ ਕੀ ਹੁੰਦਾ ਕਿ ਜਿਹਦੇ 'ਚ ਸਾਨੂੰ ਆਪਣੀ ਰਾਈਟ, ਜਿਵੇਂ ਮਿਰਰ ਦੇ ਵਿੱਚ ਰਾਈਟ ਸਾਈਡ ਲੈਫਟ ਅਤੇ ਲੈਫਟ ਸਾਈਡ ਰਾਈਟ ਨਜ਼ਰ ਆਉਂਦੀ ਹੈ। ਇਹਦੇ ਬਾਰੇ ਜ਼ਿਆਦਾ ਵਿਸਥਾਰ ਨਾਲ ਨਹੀਂ, ਤੁਹਾਨੂੰ 7th ਕਲਾਸ ਦੇ ਵਿੱਚ ਆਲਰੇਡੀ ਪੜ੍ਹਾਇਆ ਜਾ ਚੁੱਕਾ ਵਾ। ਕਿ ਜਿਵੇਂ ਆਪਾਂ ਉਹਦੇ 'ਚ ਪੜ੍ਹਿਆ ਸੀਗਾ ਕਿ ਐਂਬੂਲੈਂਸ ਦੇ ਅੱਗੇ ਪੁੱਠੇ ਅੱਖਰਾਂ ਦੇ ਵਿੱਚ ਕਿਉਂ ਲਿਖਿਆ ਹੁੰਦਾ, ਕਿਉਂ ਲਿਖਿਆ ਹੁੰਦਾ, ਦੈਟ ਇਜ਼ ਡਿਊ ਟੂ ਦਾ ਲੇਟਰਲ ਇਨਵਰਸ਼ਨ। ਕਿਉਂਕਿ ਆਪਾਂ ਨੂੰ ਪਤਾ ਕਿ ਸ਼ੀਸ਼ੇ ਦੇ ਵਿੱਚ ਜਿਹੜੇ ਪੁੱਠੇ ਅੱਖਰ ਆ ਉਹ ਸਿੱਧੇ ਦਿਖਦੇ ਆ ਅਤੇ ਸਿੱਧੇ ਪੁੱਠੇ ਦਿਖਦੇ ਆ। ਫਿਰ ਹੁਣ ਐਂਬੂਲੈਂਸ ਪੁੱਠੇ ਅੱਖਰਾਂ 'ਚ ਲਿਖਿਆ ਹੁੰਦਾ, ਜਿਹੜਾ ਅਗਲੀ ਗੱਡੀ ਵਾਲਾ ਡਰਾਈਵਰ ਹੋਏਗਾ ਉਹ ਆਪਣੇ ਮਿਰਰ ਦੇ ਵਿੱਚ ਉਹਨਾਂ ਪੁੱਠੇ ਅੱਖਰਾਂ ਨੂੰ ਸਿੱਧੇ ਕਰਕੇ ਮਤਲਬ ਉਹਨੂੰ ਦਿਖਾਈ ਦੇਣਗੇ। ਲੇਟਰਲ ਇਨਵਰਸ਼ਨ ਕਰਕੇ ਉਹਨੂੰ ਜਿਹੜੇ ਪੁੱਠੇ ਐਂਬੂਲੈਂਸ ਲਿਖਿਆ ਹੋਇਆ ਉਹ ਸਿੱਧਾ ਦਿਖਾਈ ਦੇਗਾ। ਫਿਰ ਉਹਨੂੰ ਪਤਾ ਲੱਗ ਜਾਏਗਾ ਕਿ ਮੇਰੇ ਪਿੱਛੇ ਐਂਬੂਲੈਂਸ ਆ ਅਤੇ ਉਹਨੂੰ ਜਲਦੀ ਨਾਲ ਰਸਤਾ ਦੇ ਦੇਵੇਗਾ। ਨੈਕਸਟ ਟੋਪਿਕ ਇਜ਼ ਰੈਗੂਲਰ ਐਂਡ ਡਿਫਿਊਜ਼ਡ ਰਿਫਲੈਕਸ਼ਨ। ਹੁਣ ਉਹਨੇ ਕਿਹਾ ਕਿ ਰੈਗੂਲਰ ਰਿਫਲੈਕਸ਼ਨ ਕੀ ਹੁੰਦੀ ਆ ਕਿ ਜਦੋਂ ਪੈਰਲਲ ਰੇਜ਼ ਕਿਸੇ ਸਰਫੇਸ ਦੇ ਉੱਪਰ ਸਟਰਾਈਕ ਕਰਨ। ਮੰਨ ਲਓ ਜਿਵੇਂ ਰਿਫਲੈਕਸ਼ਨ ਦੋ ਤਰ੍ਹਾਂ ਦੀ ਆ, ਇੱਕ ਰੈਗੂਲਰ ਰਿਫਲੈਕਸ਼ਨ ਆ ਅਤੇ ਇੱਕ ਡਿਫਿਊਜ਼ਡ ਰਿਫਲੈਕਸ਼ਨ ਆ। ਹੁਣ ਰੈਗੂਲਰ ਰਿਫਲੈਕਸ਼ਨ ਦੇ ਵਿੱਚ ਕੀ ਹੁੰਦੇ ਆ ਕਿ ਲਾਈਟ ਰੇਜ਼ ਇਸ ਤਰ੍ਹਾਂ ਸਿੱਧੀਆਂ ਮਿਰਰ ਦੇ ਉੱਪਰ ਟਕਰਾਉਂਦੀਆਂ ਅਤੇ ਉਸੇ ਰਸਤੇ ਹੀ ਉਹ ਵਾਪਸ ਉਸੇ ਪਲੇਨ ਦੇ ਵਿੱਚ ਹੀ ਉਹ ਵਾਪਸ ਜਾਂਦੀਆਂ, ਯਾਨੀ ਕਿ ਇੱਕ ਸਾਰ ਵਾਪਸ ਜਾਂਦੀਆਂ ਵਾ। ਇਹਨੂੰ ਆਪਾਂ ਕਹਿੰਦੇ ਹਾਂ ਰੈਗੂਲਰ ਰਿਫਲੈਕਸ਼ਨ।
ਤੇ ਜਦੋਂ ਰੇਜ਼ ਮੰਨ ਲਓ ਕੋਈ ਮਿਰਰ ਟੁੱਟਾ ਹੋਇਆ ਵਾ, ਹੁਣ ਟੁੱਟੇ ਹੋਏ ਮਿਰਰ ਦੇ ਵਿੱਚ ਕੀ ਆ ਕਿ ਲਾਈਟ ਜਿੱਧਰ ਨੂੰ ਵੀ ਉਹਦੇ ਉੱਪਰ ਇੰਸੀਡੈਂਟ ਹੋਏਗੀ ਤੇ ਜਿਹੜੀਆਂ ਰਿਫਲੈਕਟਡ ਰੇਜ਼ ਆ ਉਹ ਜਿੱਧਰ ਨੂੰ ਮਰਜ਼ੀ ਨਿਕਲਣਗੀਆਂ। ਕਿਉਂ? ਕਿਉਂਕਿ ਉਹ ਜਿਹੜਾ ਇਰਰੈਗੂਲਰ ਸਰਫੇਸ ਆ ਮਿਰਰ ਦਾ, ਸ਼ੀਸ਼ਾ ਜਿਹੜਾ ਉਹ ਟੁੱਟਾ ਹੋਇਆ ਵਾ, ਇਹਨੂੰ ਆਪਾਂ ਕਹਿੰਦੇ ਆ ਡਿਫਿਊਜ਼ਡ ਰਿਫਲੈਕਸ਼ਨ। ਥੈਂਕ ਯੂ।